ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ 59% ਦਾ ਅੰਕੜਾ ਆਉਂਦਾ ਹੈ। ਹਰ ਨਾਲ ਦੀ ਨਾਲ ਸਬੱਬ ਇਹ ਵੀ ਬਣਦਾ ਕਿ ਸਾਡੇ ਸ਼ਹਿਰ ਦੇ ਵਿੱਚ ਕਿਸ ਪ੍ਰਕਾਰ ਦਾ ਇਹ ਜਿਹੜਾ ਵਰਤਾਰਾ ਹੈ ਸੁਭਾਵਕ ਹੈ। ਸਮਾਜ ਘਰਾਂ ਇਨਸਾਨ ਕੀ ਹੈ, ਖੁਦ ਆਪਾਂ ਆਪਣੇ ਵਰਗਿਆਂ ਦੇ ਇਕੱਠ ਦੇ ਵਿੱਚ ਇੱਕ ਘਰ ਆ, ਆਲੇ ਦੁਆਲੇ ਦੇ ਹੋਰ ਘਰ ਨੇ, ਉਹ ਇਕੱਤਰਤ ਹੋ ਕੇ ਕਮਿਊਨਿਟੀ ਬਣਦੀ ਹੈ ਔਰ ਉਹ ਕਮਿਊਨਿਟੀ ਦੇ ਵਿੱਚ ਹੀ ਸਰਵਾਈਵ ਅਤੇ ਐਡਜਸਟ ਕਰਨ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਹੈ। ਔਰ ਉਸ ਦੇ ਵਿੱਚ ਜੇ ਕਿਤੇ ਵੀ ਇੰਬੈਲੈਂਸ ਕਿਸੇ ਵੀ ਖੇਤਰ ਦੇ ਵਿੱਚ ਹੁੰਦਾ ਤਾਂ ਉਹਦੇ ਜਿਹੜੇ ਪ੍ਰਭਾਵ ਨੇ ਉਹ ਵਾਇਲੈਂਸ ਹੋ ਗਿਆ, ਨਸ਼ੇ ਹੋ ਗਏ, ਬੇਤਰਤੀਬੀ ਦੇ ਕਾਰਨ ਇਹੋ ਜਿਹੇ ਹਾਲਾਤ ਵਾਪਰਦੇ ਆ ਔਰ ਪੈਦਾ ਹੁੰਦੇ ਆ। ਮੈਂ ਮੰਨਦੀ ਹਾਂ ਮਸਲਾ ਬਹੁਤ ਪਰਤੀ ਹੈ, ਜਿਸ ਤਰ੍ਹਾਂ ਆਸ਼ਾਨਾ ਵੀ ਗੱਲ ਕਰ ਰਹੇ ਸਨ, ਜਿਹੜੀ ਸਾਡੇ ਆਪਣੇ ਹੱਥ 'ਚ ਆ ਜੇ ਅਸੀਂ ਕਰ ਸਕਦੇ ਹਾਂ ਉਸ ਦੇ ਬਾਰੇ ਜਦੋਂ ਅਸੀਂ ਤਵੱਜੋ ਦਿੰਦੇ ਹਾਂ ਤਾਂ ਹਰ ਹਾਲਤ ਦੇ ਵਿੱਚ ਅਸੀਂ ਸੁਧਾਰ ਦੇ ਵਿੱਚ ਕੰਟਰੀਬਿਊਟਰ ਬਣਦੇ ਹਾਂ। ਔਰ ਅੱਜ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ 18 ਸਾਲਾਂ ਦੀ ਉਮਰ ਤੋਂ ਲੈ ਕੇ 59 ਸਾਲਾਂ ਦੀ ਉਮਰ ਤੱਕ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ, ਜਿਹਦੇ ਵਿੱਚ 77% ਮਰਦ ਵਰਗ ਹੈ, ਭਾਵ ਮੇਲ ਜਿਹੜੇ ਨੇ ਉਹ ਓਵਰਡੋਜ਼ ਦੇ ਨਾਲ ਜ਼ਿਆਦਾ ਮਰਦੇ ਹੈ 77% ਔਰ 33% ਔਰਤਾਂ ਨੇ। ਇਹਦੇ ਵਿੱਚ ਜੇ ਦੇਖਿਆ ਜਾਏ ਜੈਂਡਰ ਦੇ ਆਧਾਰ 'ਤੇ ਕਿਹੜੇ ਪ੍ਰੈਸ਼ਰ ਨੇ ਜਾਂ ਕਿ ਸੋਸ਼ਲ ਸਟਰਕਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਕਰਨੀਆਂ ਮਰਦਾਂ ਵੱਲੋਂ ਆਦਮੀਆਂ ਵੱਲੋਂ ਹਜਮ ਆਸਾਨੀ ਨਾਲ ਹੋ ਜਾਂਦੀਆਂ ਨੇ, ਕਿੰਨੇ ਸਾਰੇ ਫੈਕਟਰ ਨੇ। ਪਰ ਅਗਰ ਮੁੱਢਲੇ ਫੈਕਟਰ ਦੇਖੇ ਜਾਣ 18 ਸਾਲਾਂ ਦੀ ਉਮਰ ਵੈਸੇ ਤਾਂ ਅਣਅਧਿਕਾਰਤ ਤਰੀਕਿਆਂ ਦੇ ਨਾਲ ਤਾਂ ਇਹ ਵੀ ਗੱਲ ਕਲੀਅਰ ਹੈ ਕਿ 18 ਸਾਲਾਂ ਤੋਂ ਛੋਟੀ ਉਮਰ ਦੇ ਵਿੱਚ ਹੀ ਬੱਚੇ ਨੇ ਜਿਹੜੇ ਉਹ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਨੇ। ਆਸ਼ਾਨਾ ਨੇ ਇੱਕ ਨੁਕਤਾ ਉਠਾਇਆ ਸੀ, ਅਗਰ ਉਹਦੇ ਵੱਲ ਤਵੱਜੋ ਦਿਓ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਮੰਨਦੀ ਹਾਂ ਅਸੀਂ ਸਾਰੇ ਆਪਣੇ ਕਿੱਤਿਆਂ 'ਚ ਕੰਮਾਂ ਦੇ ਵਿੱਚ ਰੁੱਝੇ ਹੋਏ ਹਾਂ, ਜੀਵਨ ਨੂੰ ਚਲਾਉਣ ਦੇ ਲਾਮਬੰਦ ਹੋਣ ਦੇ ਲਈ, ਇੰਨੇ ਹੀ ਬੱਚਿਆਂ ਲਈ ਬਿਹਤਰ ਜੀਵਨ ਮੁਹੱਈਆ ਕਰਾਉਣ ਦੇ ਲਈ। ਪਰ ਬੱਚਾ ਸਭ ਤੋਂ ਜ਼ਿਆਦਾ ਕੀ ਮੰਗਦਾ, ਕੀ ਚਾਹੁੰਦਾ ਹੈ? ਉਹ ਚਾਹੁੰਦਾ ਹੈ ਕਿ ਜਦੋਂ ਉਹਦੇ ਮਾਪੇ ਨੇ ਉਹਦੇ ਨਾਲ ਗੱਲ ਕਰਨ, ਮਾਪਿਆਂ ਦੇ ਤੌਰ 'ਤੇ ਗੱਲ ਕਰਨ। ਜਦੋਂ ਤੁਹਾਡਾ ਬੱਚਾ ਮਾਂ ਹੈ, ਮੈਂ ਮੰਨਦੀ ਹਾਂ ਮੈਂ ਵੀ ਕਈ ਵਾਰ ਬਹੁਤ ਜ਼ਿਆਦਾ ਅਥੋਰਿਟੇਰੀਅਨ ਹੋ ਜਾਂਦੀ ਹਾਂ, ਪਰ ਬੱਚਾ ਮੇਰਾ ਚਾਹੇਗਾ ਕਿ ਮੇਰੀ ਮਾਂ ਹੋਵੇ। ਔਰ ਉਹ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੁੰਦਾ ਹੈ ਜਦੋਂ ਬੱਚੇ ਨਾਲ ਗੱਲ ਕਰਨ ਵਾਲੇ ਮਾਪੇ ਉਹਦੇ ਨਾਲ ਮਾਪੇ ਦੇ ਤੌਰ 'ਤੇ ਗੱਲ ਕਰਨ, ਉਹਨੂੰ ਸੁਣਨ। ਅਰੇ ਮਾਪਦੰਡ ਲਾਉਣਾ ਬੜਾ ਮੁਸ਼ਕਿਲ ਹੈ ਕਿ ਸੁਣਦੇ ਸੁਣਦੇ ਕਿਸ ਕੁ ਹੱਦ ਤੱਕ ਜਾ ਕੇ ਕਦੋਂ ਉਹਨੂੰ ਸਮਝਾਉਣਾ, ਕਦੋਂ ਉਹਨੂੰ ਸਮਝਾਉਣਾ। ਫਰਕ ਹੁੰਦਾ ਸੋਟੀ ਨਾਲ ਹੱਕਣ ਦਾ ਅਤੇ ਉਂਗਲ ਫੜ ਕੇ ਤੁਰਨ ਦਾ। ਪਿਛਲੀ ਸਦੀ ਤੱਕ ਦੇ ਫਾਰਮੂਲੇ ਜਿਹੜੇ ਨੇ ਇਹ ਧੱਕੇਸ਼ਾਹੀ ਦੇ ਚੱਲਦੇ ਰਹੇ ਨੇ, ਸਾਨੂੰ ਸਾਰਿਆਂ ਨੂੰ ਐਂ ਪਾਲਿਆ ਗਿਆ ਸੀ। ਸੋ ਅਸੀਂ ਸੋਚਦੇ ਹਾਂ ਉਹੀ ਤਰੀਕੇ ਅੱਜ ਦੇ ਯੁੱਗ ਦੇ ਵਿੱਚ ਵੀ ਸਹੀ ਨੇ, ਕਿਉਂਕਿ ਪੇਰੈਂਟਿੰਗ ਦੇ ਉੱਤੇ ਕੋਈ ਪੜ੍ਹਾਈ ਨਹੀਂ ਕੀਤੀ, ਬਾਕੀ ਪੜ੍ਹਾਈਆਂ ਕਰ ਲਈਆਂ, ਪੇਰੈਂਟਿੰਗ 'ਤੇ ਕੋਈ ਪੜ੍ਹਾਈ ਨਹੀਂ ਕੀਤੀ। ਉਹ ਵੀ ਇੱਕ ਸਾਡੇ ਸਮਾਜ ਦਾ ਬਹੁਤ ਜ਼ਿਆਦਾ ਵੱਡਾ ਮਸਲਾ ਹੈ ਕਿ ਮਾਪੇ ਬਣਨ ਦੀ ਕੋਈ ਟ੍ਰੇਨਿੰਗ ਕੁਛ ਨਹੀਂ ਹੈ, ਸਾਰੇ ਕਾਸੇ ਦੀ ਟ੍ਰੇਨਿੰਗ ਹੈ, ਸਾਰੇ ਕਾਸੇ ਦੀ ਸਿੱਖਿਆ ਹੈ। ਮਾਪੇ ਬਣ ਕੇ ਹੀ ਮਾਪੇ ਕਿਵੇਂ ਬਿਹਤਰ ਬਣ ਸਕਦੇ ਆ ਜਾਂ ਨਹੀਂ ਬਿਹਤਰ ਬਣ ਸਕਦੇ, ਬੱਚਾ ਵੀ ਸਿੱਖ ਰਿਹਾ ਹੁੰਦਾ, ਮਾਪੇ ਵੀ ਸਿੱਖ ਰਹੇ ਹੁੰਦੇ ਨੇ। ਪਰ ਇੱਕ ਗੱਲ ਕੁਦਰਤੀ ਹੈ, ਮਾਪਿਆਂ ਦੇ ਆਧਾਰ 'ਤੇ ਬੱਚੇ ਦੇ ਨਾਲ ਮਾਪਾ ਬਣ ਕੇ ਰਹਿਣ ਦੀ। ਉੱਥੇ ਹੀ ਤੁਹਾਡੇ 'ਚ ਵਿਸ਼ਵਾਸ, ਹਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਦੀ ਪ੍ਰਵਿਰਤੀ ਬਣਦੀ ਆ। ਹਰ ਇਹਦੇ 'ਚ ਤਬਦੀਲੀਆਂ ਆਉਂਦੀਆਂ ਨੇ, ਇਹਦੇ ਨੇ ਵਧਾ ਘਟਾ ਨੇ ਜਿਹੜੇ ਚੱਲਦੇ ਰਹਿੰਦੇ ਆ। ਅੱਜ ਦੇ ਯੁੱਗ ਦੇ ਵਿੱਚ ਤਾਂ ਮਾਪਿਆਂ ਦੇ ਨਾਲ ਹੋਰ ਵੀ ਕੰਮ ਹੈ ਕਿ ਸਾਥੀ, ਦੋਸਤ, ਮਿੱਤਰ ਜਿਹੜੇ ਨੇ, ਸਾਡੀਆਂ ਸਮਾਜਿਕ ਤੌਰ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਸਾਰੇ ਖੇਤਰਾਂ 'ਚ ਵੱਧ ਗਈਆਂ ਨੇ। ਸਪੋਰਟਿੰਗ ਸਿਸਟਮ ਦੀ ਸਾਨੂੰ ਵੀ ਜ਼ਰੂਰਤ ਹੁੰਦੀ ਹੈ, ਦੂਸਰਿਆਂ ਨੂੰ ਵੀ ਜ਼ਰੂਰਤ ਹੁੰਦੀ ਹੈ। ਇਸ ਦੀ ਅਣਹੋਂਦ ਜਿਹੜੀ ਆ ਉਹ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਨੇ ਉਹਨਾਂ ਦੇ ਆਉਣ ਨੂੰ ਰਾਹ ਖੋਲ੍ਹ ਦਿੰਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਸਿਉਂਕ ਤਾਂ ਥੋੜ੍ਹਾ ਜਿਹਾ ਥਾਂ ਹੀ ਲੱਭਦੀ ਹੁੰਦੀ ਹੈ ਔਰ ਬਾਅਦ ਦੇ ਵਿੱਚ ਉਹ ਸਾਰੇ ਦਰਖਤ ਨੂੰ ਖਾ ਜਾਂਦੀ ਆ। ਔਰ ਅੱਜ ਜਿਹੜਾ ਨਸ਼ਿਆਂ ਦੀ ਇਹ ਨਿਰਭਰਤਾ ਔਰ ਨਸ਼ਿਆਂ ਦੀ ਆਮ ਅਵੇਲੇਬਿਲਟੀ ਹੈ ਜਿਹੜੀ, ਉਹ ਸਿਉਂਕ ਦੀ ਤਰ੍ਹਾਂ ਸਮਾਜ ਨੂੰ ਆਪਣੀ ਬੜੀ ਬੁਰੀ ਤਰ੍ਹਾਂ ਜਕੜ 'ਚ ਲੈ ਚੁੱਕੀ ਹੈ। ਔਰ ਇੱਕ ਮਾਸ਼ਰੇ ਦੀ ਗੱਲ ਨਹੀਂ, ਇਹ ਦੁਨੀਆ ਭਰ ਦੇ ਉੱਤੇ ਹੋ ਚੁੱਕਿਆ ਹੈ। ਔਰ ਸਿੰਥੈਟਿਕ ਨਸ਼ਿਆਂ ਨੇ ਇਹ ਕੋਈ ਆਸਾਨ ਨਹੀਂ ਬਲਕਿ ਹੋਰ ਵੀ ਜ਼ਿਆਦਾ ਪੇਚੀਦਾ, ਮੁਸ਼ਕਲ ਅਤੇ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ there is no turning back। There are certain things मैं आपके साथ बिल्कुल अग्री नहीं करती हूँ, एंड सर्टन थिंग्स आप बिल्कुल सही कह रहे हैं कि पेरेंट्स को बच्चे के साथ
उनके बातों को सुनना चाहिए. बट द स्टेटमेंट यू सेड कि पेरेंट्स को कोई टीचिंग नहीं मिलती. शुक्र करो कि वी आर लिविंग इन दिस वर्ल्ड और इस मुल्क में जहाँ पर पेरेंटिंग टीचिंग्स होती है. व्हेन यू गेट प्रेग्नेंट आपको पेरेंटिंग टीचिंग के क्लासेस दिए जाते हैं, लेसन्स दिए जाते हैं. बट वी आर सो बिजी विद आवर ओन लाइफस्टाइल that we don't take time out to take those classes. We don't want to know, we don't want to read. हमें किसी के घर के गॉसिप्स पढ़ना हो तो हम बहुत जल्दी पढ़ के उस नोवेल को ख़त्म कर देंगे. लेकिन हमें अपने आप को कुछ लर्न करना हो, हमारी इतना ज़्यादा थिक स्किन है कि वी डोंट वांट टू लर्न इट. वी डोंट वांट टू इन्वेस्ट आवर टाइम टू इट. वी डोंट वांट टू गिव टाइम टू लर्न थिंग्स के जो हमारे लिए बेहतर हो. हम में से कई लोग होंगे जिन्होंने कभी भी पेरेंटिंग क्लासेस नहीं ली. हम में से कई लोग होंगे जो कभी इस तरह के सेमिनार्स और फोरम्स अटेंड नहीं कर रहे. वाई? क्या आपको आपके बच्चा अजीज नहीं है? डोंट यू वांट टू ब्रिंग योर किड्स द वे यू वांट टू ब्रिंग दैम? कई बार पेरेंटिंग क्लासेस में जाकर ऐसे कुछ आपको सीखना पड़ता है कि जिसको लर्न करने के बाद आपको पता होता है कि बच्चों के साथ किस तरह से बिहेव करते. अथॉरिटी ऑफिसर्स की तरह नहीं हम बिहेव करना चाहिए हमें बच्चों के साथ. वी हैव टू बी फ्रेंड्स विद द किड्स. या आपके अपने बच्चे कहीं से आप किराए में तो नहीं लेकर आए, खरीद कर तो नहीं लाए बच्चे को. एक बार जब आपको ये बात महसूस हो जाता है कि बच्चे मेरे अपने हैं, मैंने उन्हें एप्पल सिखाना है तो वो एप्पल ही बोलेगा इस फ्रूट को. अगर मैं एप्पल को बनाना बताऊंगी उनको तो वो बनाना ही बोलेंगे. वो टीचर को भी बताएंगे यू आर रॉन्ग बिकॉज माई मदर टॉट मी इट्स अ बनाना. बच्चों को शुरू से लेके बच्चे ग्रो अप तक you have to learn how to actually deal with them. कभी कभी टेंट्रम्स होते हैं बच्चों के. कभी कभी बच्चे ऐसे अल्फाज बोल जाते हैं आप सोचते कि खींच कर एक थप्पड़ मारूं मुंह पे. नहीं. You don't want to show your this behavior to the kids. अब्यूज करना नहीं सिखाओगे. बच्चे जब गलत बोलते हैं उनको आप किस तरह से सही लैंग्वेज बोलना सिखाना है ये एक पेरेंट के ऊपर डिपेंड होता है. दैट इज वेयर द पेरेंटिंग कम्स. पूरी पूरी रात बच्चों के साथ जाग कर बच्चों के हेल्थ खराब होता है, बच्चों को किसी चीज़ के दुख हो रहा है, पूरी पूरी रात आप जाग कर बच्चों को अपने गोद में लेकर आंखें खोल कर बैठे होते हो. तब आपको रियलाइज होता है कि व्हाट इज द प्राइस यू आर गोना बी पेइंग फॉर द किड्स अगर बच्चे गलत तरीके चले. पेरेंटिंग क्लासेस है, टेक दोज क्लासेस, डील विद दीज सिचुएशंस. यू हैव टू लर्न हाउ टू डील विद इट. कई बार अगर बच्चे गलत तरीके में जाते हैं हम कहते हैं हाय रब्बा हम तो लुट गए, हम तो मर गए, ये हो गया फलाना हो गया, मैं तो अब समाज को क्या मुंह दिखाऊंगी. ये समाज नहीं है जो आपके घर पे लाकर खाना 3 वक्त आपको देते हैं. You have to be a parent at that time. Be strong and show the kid that I'm here, I'm holding your hand, I'll be with you forever. But नहीं, हम लोग उसको wrong तरीके से बात करना शुरू करते. This is where parenting comes. ये नहीं कि हर किसी के घर में बहुत आसान है पेरेंट्स और किड्स रिलेशनशिप. एवरीबडी गोज थ्रू दैट. अगर मैं कहूँ मैं नहीं जाती हूँ ये गलत स्टेटमेंट है, ये रॉन्ग है. We all go through something on the or the other. अगर ड्रग अब्यूज़ नहीं है तो और कुछ होगा, अल्कोहल नहीं है तो और कुछ होगा. So every family has something or the other. लेकिन how do you deal with it? How you are a best parent? It is something that you have to learn yourself. Parenting classes लो, कोई गलती नहीं है इसमें. Everybody goes for parenting classes. किताबें लाओ, उसमें से आइडियाज़ निकालो कि किस तरह से मैं अपने बच्चे को सपोर्ट कर सकता हूँ. दिस इज़ द मेन थिंग. लेकिन हमारी कम्युनिटी में अक्सर देखा जाता है अगर बच्चा कुछ आकर बताता है, अगर बच्चा आकर बताए यू नो मम आई डिड ड्रग्स टुडे,
तो माँ ने क्या करना है, अपना सर पीटना शुरू कर देना। मैंने तुम्हें इस दिन के लिए पैदा किया था, मैंने ये किया था, मैं इतना सेक्रीफाइस करके तुम्हें ये किया। अपनी विक्टिमाइज स्टोरी सुनाना शुरू कर देते हो बच्चों को। दैट इज रॉन्ग। यू शुड थिंक कि बच्चा इतना कॉन्फिडेंस से आकर तुम्हें ये बात बता रहा है तो वाकई बच्चा तुम में ट्रस्ट कर रहा है, तुम में कॉन्फाइड कर रहा है। अब रही कि आपने उसको किस तरह से बात करना है, किस तरह से उसको वापस अपने तरफ लाना है, अपनी इन चीज़ों को छोड़कर सही रास्ते पे जाना है। दिस इज़ योर रिस्पॉन्सिबिलिटी नाउ। इट्स योर टाइम टू follow that responsibility, fulfill that responsibility and get the kid out of that situation. स्कूल में जाते हैं बच्चे एक दूसरे के साथ बहुत कुछ मिसचिफ कर लेते। अल्कोहल और ड्रग्स नहीं होते तो मार कुटाई शुरू हो जाती है। मुझे कई बार घर पेरेंट्स से डांट सुनने को मिला जब बाहर किसी को कूट के आते थे। कोई अगर कुछ कह दिया, अच्छा नहीं लगा तो जी शुरू हो जाओ, आपने मुझे ऐसे कैसे कह दिया, हाउ डिड यू डू दिस। इन चीज़ों के लिए हम लोगों ने भी बहुत सारे बातें अपने पेरेंट्स से सीखे। लेकिन ये जो ड्रामा करना, अपने आप को विक्टिमाइज करना, हाय रब्बा मैं तो लुट गई, मैं तो मर गई, मैं तो ये हो गया, मैं तो किसी को मुंह के दिखाने के काबिल नहीं रहा। दीज थिंग्स आर ऑल विक्टिमाइज कर रहे हो आप अपने आप को। अब किससे मांग रहे हो कि मुझ पे तरस खाओ, मुझ पे दया करो, मैं गरीब, मैं बेचारी। नो, in front of your child you are the strongest, nobody else would be that strong. चाहे बच्चा किसी भी तरह की बदतमीजी करे, आपको स्ट्रॉन्ग होकर उस प्रॉब्लम को सॉल्व करना होता है। एंड इफ यू कैन नॉट डू दैट, you're not fit for a parent. It's a very bold statement, but that's how it is. हम लोगों के समाज में ये है कि ओ बच्चा ने ये कर दिया तो क़यामत आ गई। बच्चा ने आज अगर ड्रग्स करके आया है, क़यामत नहीं आई, आप उसको सुधार सकते हो। You can change things for your son's life or daughter's life. ये कोई क़यामत नहीं आ गई कि ये सिर्फ आपके घर में नहीं होता, हर किसी के घर में होता है। लेकिन उसको किस तरह से एक्सेप्ट करना, किस तरह से उसको डील करना, दिस इज द मेन थिंग। आई डोंट नो व्हाई आज भी 2023 में भी हम में से कई लोग समाज से डरते हैं। आई डोंट नो, कि उसको पता चल गया ऐसा हो जाएगा, ये हो जाएगा, वो हो जाएगा। For God's sake, this is your family, your life, your kid. You are the parent. Why do you have to be scared of समाज? समाज ने आपको मंथली खर्चे लाकर देते हैं कि ये लो जी $3,000-4,000 आपने खर्चे चलाओ इस मंथ का, तो कल को तुम्हारे घर में कुछ हो तो मैं दादा हूँ, मैं दादी हूँ, मुझे आकर पहले बताना। These are the things that we have to stop doing. इसी वजह से हमारे बच्चे ओवरडोज ड्रग्स करते हैं, क्योंकि उनको वो सहारा नहीं मिलता, वो पेरेंट्स नहीं मिलते जिनसे वो खुलकर अपनी बातें कर सके, अपनी प्रॉब्लम्स बता सकते हैं। थिंक अबाउट इट। बच्चे फ्रॉम द एज ऑफ 18 till 25 पीक प्यार में पागल होते हैं। मोस्ट ऑफ देम, आई वोंट से ऑल ऑफ देम, बट मोस्ट ऑफ देम। पहला प्यार जहाँ हुआ, दुनिया उनकी बदल जाती है, लेकिन वो छुपाते, अपने पेरेंट्स के साथ आकर बात नहीं करते, क्योंकि उनको पता मेरे माँ ने डंडा उठा लेना है, मेरे बाप ने थप्पड़ मार देना है, मैं खुल के कैसे बात कर सकता हूँ उनसे। देन दे ट्राई टू गेट अवे फ्रॉम यू। धीरे 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 तुम्हारी जिंदगी से बाहर निकलते हैं। बच्चा किसी से प्यार करता है, अच्छी बात है, अगर अपने पेरेंट्स को बताए, अगर आपको उसमें कुछ बुराई लगता है, सही तरीके से बच्चे को समझा सकते हो। और फिर भी बच्चा ना माना तो फिर आपको उन जो दोनों रिलेशनशिप है, दोनों के दरमियान जो रिलेशनशिप है, उसमें कुछ अच्छाई देखना पड़ता है।
try to make that relationship work. लेकिन आप अगर डंडा उठा लेते हो या थप्पड़ मार देते हो, फिर बच्चा लौट कर आपके पास नहीं आएगा. They won't come back to you. No matter चाहे जितने बड़े hurdles से वो move होंगे, they will not come to you. That includes the drugs, alcohol, क्योंकि दोस्त है जो उनकी बातों को सुनते हैं, वही पीयर्स है जो उनकी बातों को सुनते हैं, और वही अल्कोहल देते हैं, वही ड्रग्स देते हैं. तो अच्छे तो ये है ना, पेरेंट्स कौन है? पेरेंट्स तो थप्पड़ मारते हैं, पेरेंट्स तो कुटाई करते हैं, डंडा उठा लेती है मेरी माँ. दे वोंट नेवर कम बैक टू यू. यही सारी चीज़ें हम लोग मिस करते हैं. वी डोंट डू दीज काइंड ऑफ थिंग्स. हम अपने आप में माँ बाप बन गए तो पता नहीं कौन सा खुदा बन गए कि बच्चे तुमसे खुल के बात भी नहीं करना चाहिए. आएंगे तो थप्पड़ मारो या डांटो या ये करो या वो करो. माँ बाप अपने बच्चों के साथ एक फ्रेंड बनकर अगर रहना शुरू कर दे तो कई चीज़ें बच्चे करना छोड़ देंगे. They'll stop it. आप लोगों में से कितने अगर बच्चे आकर ड्रग्स कहे कि मैं आज जी ये करके आया, मुझे तो सारे ड्रग्स का नाम भी नहीं पता है, लेकिन पता है कि दीज आर ड्रग्स. बच्चा आकर कहेंगे तो आपने क्या करना है? व्हाट वुड बी योर रिएक्शन? या तो रोना शुरू कर दोगे या डंडा उठा लोगे मारने के लिए. 2 things you would do. पर ये बात क्यों नहीं करोगे बेटे के साथ बैठ के, बेटी के साथ बैठ के? Why? What happened? How did you do this? Why? What was the reason? क्यों किया ऐसे? हम तो will raise our voice कि आसमान तक हमारी आवाज़ जाए कि मेरे बच्चे ने तो आज पता नहीं क्या करके आ गया. और बच्चे के दिल में मैं तो सिर्फ नशा किया है, किसी के मार कुटाई तो करके नहीं आया, किसी को मर्डर तो नहीं किया. So when the kid comes to you and say कि आज मैंने ड्रग्स किया है, उसका कारण जानने की कोशिश करो, रीज़न जानने की कोशिश करो. He was heartbroken, या किसी ने उसको कुछ कह दिया, किसी ने उसके रिश्ते के बारे में कुछ कह दिया, लाइक गर्लफ्रेंड बॉयफ्रेंड रिलेशनशिप हो, किसी तीसरे ने इंटरफियर करने की कोशिश की, या somebody said something wrong about that relationship. यूजुअली यही प्रॉब्लम्स होते हैं यंग यूथ को. या फिर किसी ने उसके पैसे ले लिए, वापस नहीं किए, ही नीड्स मनी, फाइनेंशियली हेल्प चाहिए उसको. रीज़न क्या थी? उसके तह तक जाओ और फिर उसके बाद सोचो कि इफ़ यू वर एट दैट प्लेस व्हाट वुड यू डू, हाउ वुड यू हैंडल दिस थिंग्स. You should tell your kid, it's okay, you did it, that's fine, you came and told me, let's help, let's work this out together, let's make a plan to deal with this situation so that you don't ever have to go back to that situation. फिर उसके बाद में आप उनको बता सकते हो स्लोली कि what drugs is gonna do to you, तुम्हारी दिमागी हालात पर, तुम्हारी सेहत पर, तुम्हारे what are you gonna slowly where are you gonna end up. और जब आप ये बात उनके साथ डिस्कस करना शुरू करोगे, एक ओपन कॉन्वर्सेशन शुरू हो जाएगा, ओपन डायलॉग होगा, एंड देन थिंग्स गेट बेटर, ईजियर टू अंडरस्टैंड अमॉन्ग ईच अदर. दिस इज व्हाट actual parenting should be. We'll be right back after a quick commercial break. ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 6044494444 604 449 3333. ਸੁਣਦੇ ਰਹੋ ਮੀਡੀਆ ਵੇਵਸ. ਓਹੋ, ਰਾਤ ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ. ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ. ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲ੍ਹਦੇ ਨੇ. ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ. ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ, ਵੈਜ, ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ. 6045961990. ਪਾਇਲ ਚਾਟ ਹਾਊਸ ਆਉਣ ਲੱਗੇ, ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ. ਹੋਰ ਤਾਂ ਹੋਰ, ਪਾਰ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ. ਅੱਜ ਹੀ ਕਰੋ ਕੇਟਰਿੰਗ ਬੁੱਕ 6045187444. ਪਾਇਲ ਚਾਟ ਹਾਊਸ.
ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ Reflection Banquet and Convention Center, a new and best hall in Surrey. Modern, elegant, top class, big patios ke saath. Best food, lots of variety. You want to give the best to your guests? Party book karo Reflection Banquet and Convention Center te 604-618-5114 6638 152 A Street, Surrey. Reflection Banquet and Convention Center. ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604-597-1110 ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ Pizza and Curry House 604-593-1110 Plan Insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604-363-2200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ABC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 604-363-2200 604-363-2200 or visit planinsurance.ca। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे लई कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604-767-9992 604-767-9992 कुलजीत कौर। ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। ਟੇਸਟ ਆਫ ਲਾਹੌਰ ਵਾਲੇ ਟਾਕ ਆਫ ਦਾ ਟਾਊਨ ਟੇਸਟ ਆਫ ਲਾਹੌਰ ਤੋਂ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨ ਲਈ 604-498-6555 ਦੇ ਉੱਤੇ ਆਰਡਰ ਕਰ ਸਕਦੇ ਹੋ ਜਾਂ ਫਿਰ 96 ਤੇ ਸਕਾਟ ਰੋਡ ਦੇ ਬਿਲਕੁਲ ਕੋਨੇ ਤੇ ਵੱਡੇ ਪਲਾਜ਼ੇ 'ਚ ਬਿਲਕੁਲ ਕੋਨੇ 'ਚ ਬਹੁਤ ਵੱਡਾ ਰੈਸਟੋਰੈਂਟ ਹੈ। 200 ਬੰਦੇ ਦੀ ਕਪੈਸਿਟੀ ਦੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣੇ ਦਾ ਆਨੰਦ ਮਾਣ ਸਕਦੇ ਹੋ। ਵੀਕਐਂਡ ਬਾਫੇ 11 ਤੋਂ ਲੈ ਕੇ 3 ਦੇ ਦੌਰਾਨ ਹੁੰਦਾ, ਉਸ ਦਾ ਵੀ ਆਨੰਦ ਮਾਣੋ। ਟੇਸਟ ਆਫ ਲਾਹੌਰ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਬਾਕੀ ਜੀ ਸਰਾਭਾ ਡਰਾਈਵਿੰਗ ਸਕੂਲ ਦੇ ਅੰਮ੍ਰਿਤ ਸਰਾਭਾ ਪ੍ਰੈਜ਼ੈਂਟ ਕਰ ਰਹੇ ਨੇ ਪੰਜਾਬੀ ਮੂਵੀ ਸਰਾਭਾ। ਔਰ ਇਹ ਭਾਰਤ ਦੀ ਆਜ਼ਾਦੀ ਦਾ ਜਿਹੜਾ ਸਟਰਗਲ ਹੈ ਉਸ ਦੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਹੈ ਕਿ ਜਿਸ ਦੇ ਵਿੱਚ ਨੌਜਵਾਨ ਕਰਤਾਰ ਸਿੰਘ ਸਰਾਭਾ ਨੇ ਕਿਸ ਪ੍ਰਕਾਰ ਇਹ ਇਤਿਹਾਸਕ ਸਟਰਗਲ ਦੇ ਵਿੱਚ ਹਿੱਸਾ ਲਿਆ। ਜਿਸ ਆਜ਼ਾਦੀ ਨੂੰ ਅਸੀਂ ਅੱਜ ਮਾਣ ਰਹੇ ਹਾਂ ਉਸ ਦੇ ਲਈ ਕਿੰਨਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ, ਉਸ ਦੀ ਮੂੰਹ ਬੋਲਦੀ ਤਸਵੀਰ ਸਰਾਭਾ ਦੇ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਕਵਿਰਾਜ ਹੋਰਾਂ ਨੇ। 3 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਦੇ ਲਈ ਸਰਾਭਾ ਡਰਾਈਵਿੰਗ ਸਕੂਲ ਦੇ ਅੰਮ੍ਰਿਤ ਸਰਾਭਾ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਸਰਾਭਾ ਮੂਵੀ ਹੈ ਜਿਹੜੀ ਉਸ ਨੂੰ ਦੇਖੋ ਤੇ ਭਰਮਾ ਹੰਗਾਰਾ ਜਿਹੜਾ ਉਹ ਦਿਓ। ਬਾਕੀ ਇਸ ਦੇ ਨਾਲ ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਪ੍ਰੋਗਰਾਮ ਦੇ ਸਪਾਂਸਰ ਨੇ। ਐਕਸੀਡੈਂਟ ਹੋਣ ਦੇ ਕਾਰਨ ਤੁਹਾਡੀ ਗੱਡੀ ਟੁੱਟ ਭੱਜ ਗਈ ਹੈ, ਤੁਹਾਡੀ ਗੱਡੀ ਨੂੰ ਰਿਪੇਅਰ ਕਰਕੇ ਨਵੀਂ ਨਕੂਰ ਬਣਾ ਕੇ ਦੇਣਗੇ ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾ ਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ, ਪੂਰੇ ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦਾ ਕਹਿਣਾ ਕਿ ਕਲੇਮ ਤੁਹਾਡਾ ਪ੍ਰਾਈਵੇਟ ਹੈ ਜਾਂ ICBC ਦੇ ਅੰਤਰਗਤ ਆਪਣੀ ਟੁੱਟੀ ਭੱਜੀ ਗੱਡੀ ਦੀ ਰਿਪੇਅਰ ਕਰਵਾਉਣੀ ਹੈ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੁਸ਼ਪਿੰਦਰ ਗੁਰਮਨ ਨੂੰ ਇੱਕ ਕਾਲ ਜ਼ਰੂਰ ਕਰੋ 604-503-0988 ਤੇ। ਪਤਾ ਹੈ ਯੂਨਿਟ ਨੰਬਰ 16V 7823 132 ਸਟਰੀਟ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਇਸ ਦੇ ਨਾਲ ਗ੍ਰੇਟ ਬਲਾਈਂਡਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਘਰ ਬਣਾ ਰਹੇ ਹੋ ਨਵਾਂ ਜਾਂ ਰੈਨੋਵੇਟ ਕਰ ਰਹੇ ਹੋ ਤਾਂ ਬਲਾਈਂਡਸ ਨੂੰ ਤਬਦੀਲ ਕਰਨ ਦਾ ਸਮਾਂ ਔਰ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਦੇ ਨਾਲ ਦੀ ਵਰਤੋਂ ਕਰਨੀ ਹੈ ਤਾਂ ਉਸ ਦੇ ਲਈ ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦੇ ਵਿੱਚ ਜਾਓ। ਖੁਦ ਮੈਨੂਫੈਕਚਰਰ ਨੇ, ਲੋਕਲ ਮੈਨੂਫੈਕਚਰ ਨੇ, ਇਸ ਕਰਕੇ ਕੀਮਤਾਂ ਸਵੱਲੀਆਂ ਨੇ ਔਰ ਮਾਡਰਨ ਡਿਜ਼ਾਈਨ ਲੇਟੈਸਟ ਤੋਂ ਲੇਟੈਸਟ ਇਹਨਾਂ ਦੇ ਸ਼ੋਰੂਮ ਦੇ ਵਿੱਚ ਹੈ।
Your number 14134787 Avenue 6045037007 ਤੇ ਕਰ ਸਕਦੇ ਹੋ ਕਾਲ। info@greatblindscanada.com ਦੇ ਉੱਤੇ ਜਾ ਵੀ ਸਕਦੇ ਹੋ। ਬਾਕੀ ਅਮਰੀਕਾ ਵਾਲਿਆਂ ਲਈ ਅਮਰੀਕਾ ਦੇ ਵਿੱਚ ਸ਼ੋਰੂਮ ਹੈ 3705 ਅਵਰਨ ਵੇ, ਅਵਰਨ ਵਾਸ਼ਿੰਗਟਨ ਸਟੇਟ 2533270007 ਉੱਥੇ ਦਾ ਟੈਲੀਫੋਨ ਨੰਬਰ ਹੈ। ਇੰਸ਼ੋਰੈਂਸ ਦੇ ਮੁਤਲਕ ਪੁਖਤਾ ਅਤੇ ਬਿਹਤਰੀਨ ਸਲਾਹ ਲੈਣ ਦੇ ਲਈ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਨੂੰ 604 363 2200 ਦੇ ਉੱਤੇ ਕਰੋ ਕਾਲ। ਲਾਈਫ ਟਰਮ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਦੇ ਨਾਲ ਨਾਲ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਟੀ ਇੰਸ਼ੋਰੈਂਸ ਪਲਾਨ ਤੁਹਾਡੀ ਲੋੜ ਮੁਤਾਬਕ ਚੁਣਨ ਦੇ ਵਿੱਚ ਢੁਕਵੀਂ ਚੋਣ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ। ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ 6043632200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਬਾਕੀ ਤੁਸੀਂ planinsurance.ca ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਪਲਾਨ ਇੰਸ਼ੋਰੈਂਸ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਔਰ ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਚੱਲ ਰਹੀ ਹੈ ਸਰੀ ਦੇ ਵਿੱਚ ਓਵਰਡੋਜ਼ ਦੇ ਨਾਲ ਮੌਤਾਂ ਔਰ ਨਾਲ ਦੀ ਨਾਲ ਓਵਰਡੋਜ਼ ਦੇ ਕਾਰਨ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਵਾਰਨਿੰਗਸ ਨੇ ਉਹ ਨਸ਼ਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਮੁਤਲਕ ਗੱਲ ਚੱਲ ਰਹੀ ਹੈ। ਯਾਦ ਰਹੇ ਇਸ ਦੇ ਵਿੱਚ ਇੱਕ ਨੁਕਤਾ ਹੋਰ ਵੀ ਹੈ ਜਿਹੜਾ ਸਾਡੀ ਕਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਅੰਦਾਜ਼ ਹੁੰਦਾ ਹੈ। ਘਰ ਦੇ ਵਾਤਾਵਰਨ ਦੇ ਵਿੱਚ ਨਸ਼ਿਆਂ ਨੂੰ ਆਮ ਸਵੀਕਾਰ ਕਰ ਲੈਣਾ, ਜਿਸ ਦੇ ਵਿੱਚ ਸ਼ਰਾਬ ਵੱਡੀ ਮਾਤਰਾ ਦੇ ਵਿੱਚ ਵਰਤੋਂ ਦੇ ਵਿੱਚ ਕੀਤੀ ਜਾਂਦੀ ਆ। ਸਾਡੇ ਆਪਣੇ ਮਾਸ਼ਰੇ ਦੇ ਪਰਿਵਾਰਾਂ ਦੇ ਵਿੱਚ ਇਹ ਕੋਈ ਲੁਕੀ ਛਿਪੀ ਗੱਲ ਹੈ ਨਹੀਂ ਔਰ ਬੱਚੇ ਨੇ ਜਿਹੜੇ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਦੇਖ ਕੇ ਚੱਲਦੇ ਆ ਕਿ ਜਿਹੜੀ ਸ਼ਰਾਬ ਆ ਉਹ ਵੀ ਤਾਂ ਨਸ਼ਾ ਨਾ, ਵਾਈਨ ਹੈ, ਸ਼ਰਾਬ ਹੈ, ਹੋਰ ਤਰ੍ਹਾਂ ਦੇ ਕਈ ਚੀਜ਼ਾਂ ਨੇ, ਸਿਗਰਟ ਹੈ, ਇਹ ਨਸ਼ਿਆਂ ਦੀ ਵਰਤੋਂ ਆਮ ਹੁੰਦੀ ਹੈ ਪਰਿਵਾਰ ਦੇ ਵਿੱਚ, ਸਾਰਿਆਂ ਦੇ ਸਾਹਮਣੇ ਹੁੰਦੀ ਹੈ। ਇਹਦਾ ਮਤਲਬ ਇਟਸ ਐਕਸੈਪਟੇਬਲ। ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਸ ਵਾਤਾਵਰਨ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ ਉਸ ਦੇ ਵਿੱਚ ਉਹਦੇ ਘਰ ਦੇ ਜ਼ਿੰਮੇਵਾਰ ਪਰਸਨ ਆਫ ਅਥਾਰਟੀ ਜਿਹੜੇ ਮਾਪੇ ਨੇ, ਉਹਦੇ ਪੇਰੈਂਟਸ ਨੇ, ਉਹ ਇਸ ਦੇ ਸੇਵਨ ਆਮ ਕਰਦੇ ਨੇ ਅਤੇ ਇਸ ਕਰਕੇ ਉਹਨਾਂ ਦੇ ਜ਼ਹਿਨੀ ਤੌਰ 'ਤੇ ਪਹਿਲਾਂ ਸੁਣਿਆ ਜਾਂਦਾ ਕਿ ਸ਼ਰਾਬ ਪੀਣੀ ਜਿਹੜੀ ਆ ਠੀਕ ਹੈ, ਕਿਉਂਕਿ ਮੇਰੇ ਮਾਂ-ਬਾਪ ਤਾਂ ਕੁਛ ਗਲਤ ਨਹੀਂ ਕਰਦੇ, ਮੇਰੇ ਮਾਂ-ਬਾਪ ਵੀ ਪੀਂਦੇ ਆ, ਦੈਨ ਵਾਈ ਨਾਟ। ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਪੀਂਦਾ ਹੈ ਦੈਨ ਇਟ ਇਜ਼ ਓਕੇ। ਸ਼ਰਾਬ ਹੋ ਗਈ, ਸਿਗਰਟ ਹੋ ਗਈ, ਫੀਮ ਹੋ ਗਈ, ਡੋਡੇ ਹੋ ਗਏ, ਜ਼ਰਦਾ ਹੋ ਗਿਆ, ਇਹ ਇੱਕ ਤਰ੍ਹਾਂ ਦੀਆਂ ਅਲਾਮਤਾਂ ਨੇ ਔਰ ਬਹੁਤ ਸਾਰੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਘਰ ਕਰ ਚੁੱਕੀਆਂ ਨੇ। ਔਰ ਸਭ ਤੋਂ ਜ਼ਿਆਦਾ ਸੇਵਨ ਹੈ ਜਿਹੜਾ ਉਹ ਸ਼ਰਾਬ ਦਾ ਸ਼ਰੇਆਮ ਹੁੰਦਾ ਔਰ ਉੱਥੇ ਗੀਤ ਸੰਗੀਤ ਹੈ ਜਿਹੜਾ ਉਹ ਵੀ ਸ਼ਰਾਬ ਨੂੰ ਗਲੈਮਰਾਈਜ਼ ਕਰਨ ਵਾਲਾ। ਅਤੇ ਸੁਨੇਹਾ ਕੀ ਹੈ ਸਾਡੀ ਅਗਲੀ ਜਨਰੇਸ਼ਨ ਜਿਹੜੀ ਉਸ ਘਰ ਦੇ ਵਿੱਚ ਅਸੀਂ ਜੰਮ ਕੇ ਪਾਲ ਰਹੇ ਹਾਂ ਕਿ ਇਟ ਇਜ਼ ਓਕੇ। ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਛੋਟੀ ਉਮਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਕਰਨ ਦੀ ਕਪੈਸਿਟੀ ਹੈ ਜਿਹੜੀ ਤੁਹਾਡੀ ਜ਼ਹਿਨੀ ਤੌਰ 'ਤੇ ਔਰ ਸਰੀਰਕ ਤੌਰ 'ਤੇ ਪਨਪ ਜਾਣੀ, ਬਣ ਜਾਣੀ। ਕਿ ਵਾਕਈ ਇੱਕ ਅਡਲਟ ਜਿਹੜਾ ਆਪ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਉਹ ਬੱਚੇ ਨੂੰ ਇਹ ਕਹਿ ਸਕਦਾ ਕਿ ਤੂੰ ਇਹ ਨਸ਼ਾ ਨਾ ਕਰੀ। ਉਹ ਉਦਾਹਰਨ ਦੇ ਕੇ ਲੈਸਨ ਦੇ ਤੌਰ 'ਤੇ ਤਾਂ ਕਹਿ ਸਕਦਾ ਵੀ ਇਹ ਗਲਤੀਆਂ ਮੈਂ ਕੀਤੀਆਂ ਨੇ, ਤੂੰ ਨਾ ਕਰੀ, ਪਰ ਉਹ ਕੋਈ ਪੁਖਤਾ ਰਿਜ਼ਲਟ ਨਹੀਂ ਦੇ ਪਾਉਂਦਾ ਕਿ ਹਾਂ ਇਹ ਗਲਤ ਹੈ, ਮੈਂ ਇਹ ਕਰਦਾ, ਮੈਂ ਇਹ ਛੱਡ ਰਿਹਾ ਕਿਉਂਕਿ ਇਹ ਗਲਤ ਹੈ। ਉਸ ਤਰ੍ਹਾਂ ਦੀ ਕਪੈਸਿਟੀ ਹੈ ਜਿਹੜੀ ਜ਼ਾਹਰਾ ਰੂਪ ਦੇ ਵਿੱਚ ਜੀ ਕਿਧਰੇ ਸਾਹਮਣੇ ਦਿਖਾਈ ਨਹੀਂ ਦਿੰਦੀ। ਸੋ ਇੱਕ ਬਹੁਤ ਜ਼ਿਆਦਾ ਵੱਡਾ ਕਾਰਨ ਬਣ ਜਾਂਦਾ ਹੈ ਕਿ ਘਰ ਦੇ ਵਿੱਚ ਅਗਰ ਕਿਸੇ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਨਾ ਨੋਰਮਲਾਈਜ਼ ਕੀਤਾ ਹੋਇਆ ਹੈ ਤਾਂ ਉਸ ਐਨਵਾਇਰਨਮੈਂਟ ਦੇ ਵਿੱਚ ਪੜ੍ਹ ਰਹਿ ਰਹੇ ਜਿਹੜੇ ਹੋਰ ਬੱਚੇ ਨੇ, ਵੱਡੇ ਨੇ, ਉਹਨਾਂ ਦੇ ਲਈ ਵੀ ਇਹ ਨੋਰਮਲਾਈਜ਼ ਆਮ ਵਾਂਗੂ ਮਹਿਸੂਸ ਕਰਨਾ, ਸੋਚਣਾ ਅਤੇ ਮੰਨਣਾ ਸ਼ੁਰੂ ਹੋ ਜਾਂਦਾ ਹੈ, ਜਿਹੜੀ ਕਿ ਬਹੁਤ ਜ਼ਿਆਦਾ ਵੱਡੀ ਤਰਾਸਦੀ ਹੈ। ਔਰ ਫਿਰ ਆਪਣੇ ਨਸ਼ੇ ਦੀ ਆਦਤ ਨੂੰ ਇੱਕ ਤਰੀਕੇ ਦਾ ਜਸਟੀਫਿਕੇਸ਼ਨ ਹੈ ਜਿਹੜੀ ਉਹ ਦੇਣੀ ਸ਼ੁਰੂ ਹੋ ਜਾਂਦੀ ਹੈ ਕਿ ਗਲਤ ਅਸਲੀ ਹੈ ਜਾਂ ਗਲਤ ਹੈ ਜਾਂ ਸਹੀ ਹੈ। ਜਿਹੜੀ ਚੀਜ਼ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ ਤਾਂ ਉਹ ਸਰੀਰ ਦੇ ਵਿੱਚ ਪਾਉਣ ਦੇ ਲਈ ਖਾਣਾ ਜਿਹੜਾ ਸਰਵਾਈਵਿੰਗ ਆ, ਵਕਤ ਪੈਣ ਦੇ ਨਾਲ ਬਹੁਤ ਸਾਰੇ ਖਾਣੇ ਨੇ। ਆਧਾਰ ਦੇ ਤੌਰ 'ਤੇ ਆਟੇ ਦੀ ਗੱਲ ਕਰਦੀ ਹਾਂ, ਜਿਹੜਾ ਕਦੇ ਨਹੀਂ ਸੀ ਯੁੱਗ ਦੇ ਪਿਛਲੀ ਸਦੀ ਦੇ ਵਿੱਚ ਸੋਚਿਆ ਗਿਆ ਕਿ ਤੁਹਾਡੇ ਸਰੀਰ ਦੀਆਂ ਸਭ ਤੋਂ ਜ਼ਿਆਦਾ ਅਲਾਮਤਾਂ ਦਾ ਸਬੱਬ ਬਣ ਸਕਦਾ, ਉਹ ਬਣਿਆ ਹੋਇਆ। ਫਿਰ ਨਸ਼ੇ ਤਾਂ ਇਹ ਮੰਨੀ ਹੋਈ ਗੱਲ ਆ, ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਸਰੀਰਕ ਮਨੁੱਖੀ ਜਿਹੜਾ ਪਿੰਜਰ ਹੈ ਜਾਂ ਦਾਰੋ ਮਦਾਰਾ ਜਿਹੜੇ ਆਂਤੜੀਆਂ ਜਾਂ
ਅੰਦਰ ਦੇ ਆਰਗਨਸ ਨੇ ਉਹਨਾਂ ਨੂੰ ਖਰਾਬ ਕਰਦਾ, ਉਹਨਾਂ ਨੂੰ ਖਤਮ ਕਰਦਾ। ਸਪੀਡ ਦਾ ਹੀ ਫਰਕ ਹੈ, ਕੋਈ ਤੇਜ਼ੀ ਨਾਲ ਕਰਦਾ, ਕੋਈ ਹੌਲੀ ਹੌਲੀ ਕਰਦਾ। ਅਸੀਂ ਅਜੇ ਤੱਕ ਇਹ ਚੀਜ਼ ਨੂੰ ਸੁਨੇਹਾ ਜਿਹੜਾ ਇਹ ਦੇਣ ਦੇ ਵਿੱਚ ਔਰ ਸਮਝਾਉਣ ਦੇ ਵਿੱਚ ਨਾਕਾਮਯਾਬ ਰਹੇ ਹਾਂ ਕਿ ਨਸ਼ੇ ਸਰੀਰਕ ਜਿਹੜੀ ਬਣਤਰ ਹੈ ਉਸ ਨੂੰ ਨੁਕਸਾਨ ਪਹੁੰਚਾਉਂਦੇ ਆ। ਕੁਝ ਹੌਲੀ ਹੌਲੀ ਪਹੁੰਚਾਉਂਦੇ ਆ, ਕੁਝ ਤੇਜ਼ੀ ਨਾਲ ਪਹੁੰਚਾਉਂਦੇ ਆ। ਅਦਰਵਾਈਜ਼ ਨਸ਼ੇ ਦੀ ਕੈਪੈਸਿਟੀ ਪੂਰੀ ਤਰ੍ਹਾਂ ਬਣਨ ਤੋਂ ਬਗੈਰ ਹੈ ਜਿਹੜਾ ਇੰਨੀ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਇਸ ਦਾ ਹੋਣਾ, ਇੰਨੀ ਜ਼ਿਆਦਾ ਵੱਡੀ ਪੱਧਰ ਦੇ ਇਸ ਦਾ ਖਪਤ ਦਾ ਹੋਣਾ ਔਰ ਇਹਦੇ ਨਾਲ ਬੇਅੰਤ ਜਾਨਾਂ ਦਾ ਜਾਣਾ ਸੰਭਵ ਹੈ ਨੀਗਾ। ਔਰ ਯਾਦ ਰਹੇ ਓਵਰਡੋਜ਼ ਦਾ ਜਿਹੜਾ ਮਸਲਾ ਉਹ ਕਿਸੇ ਵੀ ਵਰਗ ਹੈ ਜਿਹੜਾ ਉਹਦੇ ਨਾਲ ਜ਼ਿਆਦਾ ਜਾਂ ਘੱਟ ਸੰਬੰਧਿਤ ਨਹੀਂ ਹੈ, ਪਰ ਆਪਣੀਆਂ ਨਿੱਜੀ ਚੋਣਾਂ ਤੇ ਫਰਜ਼ ਨੇ ਜਿਹੜੇ ਉਹਨਾਂ ਦਾ ਇਹਦੇ ਉੱਤੇ ਪ੍ਰਭਾਵ ਜ਼ਰੂਰ ਹੈ। ਫਿਰ ਅਸੀਂ ਮਾਸ਼ਰੇ ਦੇ ਤੌਰ ਤੇ ਕੀ ਕਰ ਸਕਦੇ ਹਾਂ? ਇਹ ਉਹ ਮਸਲਾ ਜਿਹਦੇ ਲਈ ਇੱਕ ਖੇਤਰ ਨੂੰ ਨਹੀਂ ਬਲਕਿ ਸਾਰਿਆਂ ਨੂੰ ਲਾਮਬੰਦ ਹੋ ਕੇ ਇਸ ਦੇ ਵਿੱਚ ਮਦਦਗਾਰ ਬਣਨਾ ਪਏਗਾ। ਪਰਿਵਾਰਕ ਤੌਰ ਤੇ ਸਾਨੂੰ ਇਹ ਨਜਿੱਠਣਾ ਪਏਗਾ ਵਾਟ ਇਜ਼ ਦ ਮੋਰ ਇੰਪੋਰਟੈਂਟ, ਪ੍ਰਾਇੋਰਟੀ ਕੀ ਹੈ। ਕੀ ਪਰਿਵਾਰ ਪ੍ਰਾਇੋਰਟੀ ਹੈ? ਕੀ ਪਰਿਵਾਰ ਦੇ ਨਾਲ ਸੰਬੰਧਿਤ ਵਿਅਕਤੀਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਪ੍ਰਾਇੋਰਟੀ ਹੈ? ਬਹੁਤੇਰੀ ਦਫਾ ਅਸੀਂ ਸਾਡੀ ਮੈਂਟਲ ਤੇ ਫਿਜ਼ੀਕਲ ਜਿਹੜੀ ਹੈਲਥ ਆ ਉਸ ਨੂੰ ਪ੍ਰਾਇੋਰਟੀ ਤੇ ਨਹੀਂ ਰੱਖਦੇ, ਬਾਕੀ ਸਭ ਕੁਝ ਪ੍ਰਾਇੋਰਟੀ ਤੇ ਹੁੰਦਾ। ਜਿਸ ਤਰ੍ਹਾਂ ਅਸ਼ਾ ਉਦਾਹਰਨ ਦੇ ਰਹੇ ਸੀ ਡਰਾਮਿਆਂ ਦੀ, ਪਰਫੈਕਟ ਐਗਜ਼ਾਮਪਲ ਹੈ ਕਿ ਪ੍ਰਾਇੋਰਟੀ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਸਮਾਂ ਤਾਂ ਉਹੀ ਹੈ, 24 ਘੰਟੇ ਨੇ, ਉਹਨਾਂ 'ਚ ਨਾ ਘਟਣਾ ਨਾ ਵਧਣਾ ਹੈ। ਆਪਣੇ ਘਰ ਦੇ ਵਿੱਚ ਜਿਹੜੀ ਕਥਾ ਵਾਪਰ ਰਹੀ ਹੈ, ਜਿਸ ਦੇ ਤੁਸੀਂ ਖੁਦ ਕਿਰਦਾਰ ਹੋ, ਜਿਸ ਕਹਾਣੀ ਦੇ, ਜਿਸ ਕਥਾ ਦੇ ਤੁਸੀਂ ਖੁਦ ਕਿਰਦਾਰ ਹੋ, ਅਸੀਂ ਬਹੁਤੇਰੀ ਦਫਾ ਉਹ ਤੋਂ ਛੁਟਕਾਰਾ ਪਾਉਣ ਦੇ ਲਈ ਜਿਹੜੇ ਟੀਵੀ ਦੇ ਉੱਤੇ ਚਿੱਤਰਨ ਦੇ ਵਿੱਚ ਇੱਕ ਤਰੀਕੇ ਦੀ ਸਾਨੂੰ ਕਹਾਣੀ ਦਿਖ ਰਹੀ ਹੈ, ਅਸੀਂ ਉਹਦੇ 'ਚ ਆਪਣੇ ਆਪ ਦਾ ਜਿਹੜਾ ਟਾਈਮ ਆ ਬਿਤਾਉਣ ਦੀ ਕੋਸ਼ਿਸ਼। ਉਹ ਮੈਂ ਬਹੁਤ ਲੋਕਾਂ 'ਤੇ ਸੁਣਿਆ, ਬੋਰ ਹੋ ਰਹੀ ਸੀ, ਸੋਚਿਆ ਚਲੋ ਟੀਵੀ ਉਹ ਦੇਖ ਲੈਂਦੇ ਹਾਂ, ਚਲੋ ਕੋਈ ਡਰਾਮਾ ਹੀ ਦੇਖ ਲੈਂਦੇ ਹਾਂ। ਆਪਣੇ ਮਸਲੇ ਜਿਹੜੇ ਅਸਲੀ ਨੇ ਉਹਨਾਂ ਦਾ ਸੁਲਝਾਅ ਲੱਭਣ ਦੀ ਬਜਾਏ ਉਹਨਾਂ ਤੋਂ ਇੱਕ ਤਰੀਕੇ ਨਾਲ ਅੱਖਾਂ ਮੀਚਣ ਦੀ ਪ੍ਰਕਿਰਿਆ ਕਿ ਇਹ ਉਦੋਂ ਹੁੰਦੀ ਹੈ ਜਦੋਂ ਸਾਨੂੰ ਲੱਗਦਾ ਕਿ ਇਹਦੇ ਵਿੱਚੋਂ ਕੋਈ ਵੀ ਸਾਨੂੰ ਸੁਧਾਰ ਨਜ਼ਰ ਨਹੀਂ ਆਉਂਦਾ, ਅਸੀਂ ਇਸ ਸਮੱਸਿਆ ਨੂੰ ਸੁਲਝਾ ਨਹੀਂ ਸਕਦੇ। ਯਾਦ ਰਹੇ ਇੱਥੇ ਦੋ ਚੀਜ਼ਾਂ ਨੇ, ਤੁਸੀਂ ਸੁਲਝਾ ਸਕਦੇ ਹੋ, ਸੁਲਝਾ ਸਕਣ ਵੱਲ ਨੂੰ ਅਗਰ ਉਪਰਾਲੇ ਕਰਨੇ ਸ਼ੁਰੂ ਕਰ ਦਿਓ ਤਾਂ ਉਹ ਵਕਤ ਦੀ ਵੀ ਤੁਸੀਂ ਵਰਤੋਂ ਕਰ ਸਕਦੇ ਹੋ, ਪਲੱਸ ਤੁਹਾਡੇ ਜ਼ਿਹਨ ਦੇ ਵਿੱਚ ਇਹ ਤਾਂ ਹੋਏਗਾ ਦੈਟ ਯੂ ਡਿਡ ਸਮਥਿੰਗ ਗੁੱਡ, ਤੁਸੀਂ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਤੌਰ 'ਤੇ, ਸਮਾਜਿਕ ਤੌਰ 'ਤੇ, ਨਿੱਜੀ ਰਿਸ਼ਤਿਆਂ ਦੇ ਤੌਰ 'ਤੇ ਸਾਨੂੰ ਇਹ ਸੋਚਣਾ ਹੀ ਨਹੀਂ ਬਲਕਿ ਇਸ ਦੇ ਪ੍ਰਤੀ ਕੰਮ ਕਰਨ ਦੇ ਲਈ ਲਾਮਬੰਦ ਹੋਣਾ ਹੀ ਨਹੀਂ ਬਲਕਿ ਸ਼ੁਰੂ ਕਰ ਦੇਣਾ ਪੈਣਾ ਹੈ ਨਾ। ਅਦਰਵਾਈਜ਼ ਓਵਰਡੋਜ਼ ਨਸ਼ੇ ਜਿਹੜੇ ਨੇ ਇਹ ਸਾਡੀ ਜੀਵਨ ਦਾ ਸੁੱਖ ਚੈਨ ਤਾਂ ਲੈ ਹੀ ਗਏ ਨੇ, ਬਾਕੀ ਇਹਦੇ ਨਾਲ ਸਾਡੀ ਹੋਂਦ ਹੈ ਜਿਹੜੀ ਉਸ ਨੂੰ ਵੀ ਖਤਮ ਕਰ ਦੇਣਗੇ। ਬਿਲਕੁਲ, we'll be right back after a quick commercial break. ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 2097928 ਸਟੇਟ 604-597-1119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾਓ ਏ ਫੋਨ 604-231-9592। ਹੁਣੇ ਲਓ ਸਰਦਾਰ 604-231-9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604-231-9592।
बिरयानी गोट कढ़ाई निहारी चिकन कढ़ाई बाबा की बीफ कबाब ਓਏ ਆਹ कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨਸ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211 128th ਸਟਰੀਟ ਐਂਡ 96th ਐਵਨਿਊ 6045811900 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ? ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553। ਡਾਇਰੈਕਟ ਫਰਨੀਚਰ। ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਦੱਸ ਦਈਏ ਜੀ, ਸਰਾਬਾ ਮੂਵੀ ਹੈ ਜਿਹੜੀ ਪੰਜਾਬੀ ਮੂਵੀ ਰਿਲੀਜ਼ ਹੋ ਰਹੀ ਹੈ 3 ਨਵੰਬਰ ਨੂੰ, ਔਰ ਇਹ ਸਰਾਬਾ ਡਰਾਈਵਿੰਗ ਸਕੂਲ ਦੇ ਅਮਰਤ ਸਰਾਬਾ ਪ੍ਰੈਜ਼ੈਂਟ ਕਰ ਰਹੇ ਨੇ। ਇਸ ਮੂਵੀ ਦੇ ਵਿੱਚ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਹੈ ਜਿਹੜਾ ਉਹ ਦਰਸਾਇਆ ਜਾ ਰਿਹਾ, ਔਰ ਉਹ ਆਜ਼ਾਦੀ ਜਿਸ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ, ਇਸ ਦੇ ਲਈ ਕਿੰਨਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ, ਔਰ ਕਿਸ ਪ੍ਰਕਾਰ ਨੌਜਵਾਨ ਕਰਤਾਰ ਸਿੰਘ ਸਰਾਭਾ ਨੇ ਇਸ ਇਤਿਹਾਸਕ ਭਾਰਤ ਦੀ ਆਜ਼ਾਦੀ ਦੇ ਜਿਹੜੀ ਜੰਗ ਹੈ ਉਸ ਦੇ ਵਿੱਚ ਹਿੱਸਾ ਪਾਇਆ। ਔਰ ਇਸ ਨੂੰ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਕਵਿਰਾਜ ਹੋਰਾਂ ਨੇ,
ਔਰ ਸਰਾਭਾ ਡਰਾਈਵਿੰਗ ਸਕੂਲ ਦੇ ਅੰਮ੍ਰਿਤ ਸਰਾਭਾ ਹੋਰਾਂ ਦਾ ਕਹਿਣਾ ਕਿ ਆਪਣੇ ਨੇੜੇ ਦੇ ਸਿਨੇਮਾ ਦੇ ਵਿੱਚ 3 ਨਵੰਬਰ ਤੋਂ ਰਿਲੀਜ਼ ਹੋਣ ਜਾ ਰਹੀ ਜਿਹੜੀ ਫਿਲਮ ਸਰਾਭਾ ਉਸ ਨੂੰ ਜ਼ਰੂਰ ਦੇਖੋ ਔਰ ਇਹਨੂੰ ਸਪੋਰਟ ਕਰੋ। ਔਰ ਯਾਦ ਰਹੇ ਕਿ 3 ਨਵੰਬਰ ਨੂੰ ਸਾਰੀ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋ ਰਹੀ ਹੈ ਸਰਾਭਾ ਮੂਵੀ, ਔਰ ਆਪਣੇ ਨੇੜੇ ਦੇ ਸਿਨੇਮਾ ਦੇ ਵਿੱਚ ਜਾ ਕੇ ਜ਼ਰੂਰ ਦੇਖਣਾ। ਔਰ ਕਵਿਰਾਜ ਬੜੇ ਨਾਮਵਰ ਨਾਮ ਹੈ ਪੰਜਾਬੀ ਸਿਨੇਮੇ ਦੇ ਖੇਤਰ ਦੇ ਵਿੱਚ, ਇਸ ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਉਹਨਾਂ ਨੇ ਕੀਤਾ ਹੈ। ਸਰਾਭਾ ਮੂਵੀ ਨੂੰ ਦੇਖਣ ਦੀ ਗੁਜ਼ਾਰਿਸ਼ ਹੈ ਜਿਹੜੀ ਉਹ ਆਪ ਸਭ ਨੂੰ ਕੀਤੀ ਜਾ ਰਹੀ ਹੈ। ਬਾਕੀ ਇਸ ਦੇ ਨਾਲ ਅੱਜ ਮੀਡੀਆ ਵੇਵਸ ਦੇ ਪਲੈਟਫਾਰਮ ਤੋਂ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਨੁਕਤਾ ਨਜ਼ਰ ਹੈ ਜਿਹੜੀ ਉਹ ਹੈ ਜੀ ਖਾਸ ਤੌਰ ਦੇ ਉੱਤੇ ਸਰੀ ਦੇ ਵਿੱਚ ਓਵਰਡੋਜ਼ ਦੇ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ ਦੇ ਜਾਣਕਾਰੀਆਂ ਤਾਂ ਤੁਹਾਡੇ ਨਾਲ ਅਸੀਂ ਨਸ਼ਰ ਕਰਦੇ ਆ ਹੀ ਰਹੇ ਹਾਂ। ਕੱਲ੍ਹ ਫਰੇਜ਼ਰ ਹੈਲਥ ਵੱਲੋਂ ਚੇਤਾਵਨੀ ਨਸ਼ਰ ਕੀਤੀ ਗਈ ਆ ਓਵਰਡੋਜ਼ ਦੇ ਮੁਤਲਕ ਸਰੀ ਦੇ ਵਿੱਚ। ਇਸ ਦੇ ਨਾਲ ਇੱਕ ਉਹ ਗੱਲ ਜਿਸ ਦੇ ਬਾਰੇ ਜ਼ਿਆਦਾਤਰ ਲੋਕ ਗੱਲ ਨਹੀਂ ਕਰਨਾ ਚਾਹੁੰਦੇ ਪਰ ਪਤਾ ਸਾਰਿਆਂ ਨੂੰ ਹੈ। ਜੇ ਅਗਰ ਗੱਲ ਨਹੀਂ ਹੋਏਗੀ ਤਾਂ ਉਸ ਦੇ ਸੁਧਾਰ ਨੇ ਜਿਹੜੇ ਉਹਨਾਂ ਪ੍ਰਤੀ ਇਤਨਾ ਜ਼ਿਆਦਾ ਤੇਜ਼ੀ ਨਾਲ ਲਾਮਬੰਦ ਨਹੀਂ ਹੋਇਆ ਜਾਏਗਾ, ਇਹ ਸਾਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ। ਪਰ ਸਿਰਫ ਗੱਲਾਂ ਕਰਕੇ ਵੀ ਨਹੀਂ ਸਰਦਾ। ਗੱਲ ਕਰਨ ਦੇ ਨਾਲ ਇਹ ਆਪਣੇ ਤੌਰ ਦੇ ਉੱਤੇ ਆਪਣੇ ਆਪ ਨੂੰ ਤੇ ਸਮੂਹਕ ਤੌਰ ਦੇ ਉੱਤੇ ਇਹ ਮੰਨਣਾ ਹੁੰਦਾ ਹੈ ਕਿ ਹਾਂ ਇਹ ਮਸਲਾ ਹੈ, ਇਹ ਸਮੱਸਿਆ ਹੈ। ਫਿਰ ਇਸ ਦੇ ਜਿਹੜੇ ਹੱਲ ਨੇ ਉਹ ਲੱਭਣ ਤੇ ਉਹਨਾਂ ਨੂੰ ਲਾਗੂ ਕਰਨ ਵੱਲ ਨੂੰ ਤੁਰਨਾ ਹੁੰਦਾ ਹੈ। ਕੋਈ ਵੀ ਵਿਅਕਤੀ ਆਪਣੇ ਸੋਲਿਡ ਮਾਈਂਡ ਦੇ ਵਿੱਚ ਮੈਨੂੰ ਅੱਜ ਤੱਕ ਨਹੀਂ ਮਿਲਿਆ ਜਿਹੜਾ ਕਹਿੰਦਾ ਹੋਵੇ ਕਿ ਨਸ਼ਾ ਜਿਹੜਾ ਜਾਂ ਨਸ਼ੇ ਤੋਂ ਪੀੜਤ ਜਿਹੜਾ ਵਿਅਕਤੀ ਹੈ ਉਹ ਬਣਨਾ ਚਾਹੁੰਦਾ ਸੀ। ਉਹ ਤੇਰੀ ਦਫਾ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਮਾਂ ਕੋਈ ਕ੍ਰਿਮੀਨਲ ਜਾਂ ਨਸ਼ੇੜੀ ਪੈਦਾ ਨਹੀਂ ਕਰਦੀ। ਜਸਟੀਫਿਕੇਸ਼ਨ ਜਿੰਨੀਆਂ ਮਰਜ਼ੀ ਦੇ ਜਾਓ ਪਰ ਇਹ ਫੈਕਟ ਹੈ, ਬੱਚਾ ਹੈ। ਆਸ-ਪਾਸ ਦੇ ਹਾਲਾਤ ਤੇ ਪਰਵਰਿਸ਼ ਹੈ ਜਿਹੜੀ ਉਸ ਨੂੰ ਉਸ ਤਰ੍ਹਾਂ ਦਾ ਸਮਾਜਿਕ ਪ੍ਰਾਣੀ ਬਣਾਉਂਦੀ ਹੈ। ਨਿਰਸੰਦੇਹ ਅੱਜ ਦੇ ਯੁੱਗ ਦੇ ਵਿੱਚ ਸਿਰਫ ਔਰ ਸਿਰਫ ਘਰ ਦਾ ਵਾਤਾਵਰਨ ਨਹੀਂ ਰਹਿੰਦਾ, ਇਸ ਦੇ ਨਾਲ ਬਾਹਰੀ ਵਾਤਾਵਰਨ ਹੈ ਜਿਹੜਾ ਬਹੁਤ ਸਾਰੇ ਪੱਖਾਂ ਤੋਂ ਤੌਰ ਤਰੀਕਿਆਂ ਦੇ ਨਾਲ ਪਹੁੰਚ ਦੇ ਵਿੱਚ ਸਮਰੱਥ ਹੈ, ਇਸ ਕਰਕੇ ਪ੍ਰਭਾਵਸ਼ਾਲੀ ਵੀ ਹੈ। ਇਹੀ ਕਾਰਨ ਹੈ ਕਿ ਬਹੁਤ ਹੀ ਤਰ੍ਹਾਂ ਦੇ ਪੈਣ ਵਾਲੇ ਪ੍ਰਭਾਵਾਂ ਦੇ ਅੰਤਰਗਤ ਕਮਿਟਡ ਤੇ ਰਿਸਪੌਂਸਿਬਲ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਫਿਰ ਇਹ ਜ਼ਿੰਮੇਵਾਰੀ ਕਿੰਨੀ ਕੁ ਨਿਭਾ ਰਹੇ ਹਾਂ, ਕਿੰਨੇ ਕੁ ਨਿਭਾ ਸਕਦੇ ਹਾਂ, ਉਸ ਦੇ ਵਿੱਚ ਮੈਂ ਫਿਰ ਇਸ ਗੱਲ ਨੂੰ ਦੁਹਰਾਵਾਂਗੀ ਕਿ ਗੱਲ ਪ੍ਰਾਇਓਰਿਟੀ ਦੀ ਹੈ। ਜਦ ਨੂੰ ਸਾਡੀ ਪ੍ਰਾਇਓਰਿਟੀ ਬਾਰੇ ਸਮਝ ਆਉਂਦੀ ਹੈ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ। ਮੈਂ ਮੰਨਦੀ ਹਾਂ ਹਰ ਇੱਕ ਇਨਸਾਨ ਦੀ ਸਭ ਤੋਂ ਪਹਿਲੀ ਜਿਹੜੀ ਇਨਸਟਿੰਕਟ ਹੈ ਉਹ ਸਰਵਾਈਵਲ ਹੈ। ਇੱਕ ਨਸ਼ਾ ਕਰਨ ਵਾਲਾ ਜਿਹੜਾ ਵਿਅਕਤੀ ਆ ਉਹਦੀ ਵੀ ਇਨਸਟਿੰਕਟ ਇਹੀ ਹੈ ਕਿ ਉਹਨੂੰ ਵਕਤੀ ਤੌਰ ਦੇ ਉੱਤੇ ਨਸ਼ਾ ਮਿਲ ਜਾਵੇ ਔਰ ਉਹ ਨਸ਼ੇ ਦੇ ਨਾਲ ਥੋੜ੍ਹਾ ਜਿਹਾ ਇੰਸਟੈਂਟਲੀ ਆਪਣੇ ਆਪ ਨੂੰ ਸਰਵਾਈਵ ਕਰ ਸਕੇ। ਉੱਥੇ ਅਗਰ ਉਸ ਦੀ ਕੁਝ ਮਦਦ ਕਰਦਾ ਤਾਂ ਅਗਾਊਂ ਸਮਿਆਂ ਦੀ ਆਸ ਹੈ ਜਿਹੜੀ ਔਰ ਸਪੋਰਟ ਹੈ, ਦੋ ਚੀਜ਼ਾਂ ਮਦਦ ਕਰਦੀਆਂ ਨੇ। ਅਸੀਂ ਦੇਖਣਾ ਇਹ ਹੈ ਕਿ ਅਸੀਂ ਪਰਿਵਾਰ ਦੇ ਤੌਰ ਤੇ ਔਰ ਸਮਾਜ ਦੇ ਤੌਰ ਤੇ ਸਪੋਰਟ ਕਿੰਨੀ ਕੁ ਕਰਦੇ ਆ, ਕਿਵੇਂ ਕਰਦੇ ਆ ਔਰ ਉਹਦੇ ਅਸਰ ਕੀ ਹੋ ਸਕਦੇ ਹੈ ਉਦਾਹਰਨ ਦੇ ਤੌਰ ਦੇ ਉੱਤੇ ਇੱਕ ਉਦਾਹਰਨ ਆ ਬੜੀ ਪੰਜਾਬੀ ਸੁਭਾਅ ਦੇ ਵਿੱਚ, ਡੁੱਲੇ ਤੇ ਪਿੱਟਣ ਦੀ। ਜੋ ਡੁੱਲ ਗਿਆ ਉਹਦੇ ਉੱਤੇ ਪਿੱਟਣਾ ਬੇਕਾਰ ਹੈ, ਅਗਾਂਹ ਨੂੰ ਨਾ ਡੁੱਲੇ ਉਸ ਦੇ ਲਈ ਲਾਮਬੰਦ ਹੋਣ ਦੀ ਜ਼ਰੂਰਤ ਹੈ। ਹੁਣ ਸੁਨੇਹਾ ਦੇਣ ਦੇ ਤਰੀਕੇ ਜਿਹੜੇ ਨੇ ਉਹ ਕਈ ਨੇ ਔਰ ਕੋਈ ਵੀ ਵਿਅਕਤੀ ਜਿਹੜਾ ਇਸ ਤਰ੍ਹਾਂ ਦੇ ਮਸਲੇ ਦੇ ਵਿੱਚੋਂ ਲੰਘ ਰਿਹਾ ਹੋਵੇ, ਖਾਸ ਤੌਰ ਦੇ ਉੱਤੇ ਨਸ਼ੇ ਦੇ ਉੱਤੇ ਉਸ ਦੀ ਡਿਪੈਂਡੈਂਸੀ ਹੋ ਚੁੱਕੀ ਹੋਵੇ, ਤੁਸੀਂ ਇਹ ਦੇਖਣਾ ਹੁੰਦਾ ਵੱਡੀ ਪੱਧਰ ਦੇ ਉੱਤੇ ਡੂੰਘੀ ਸੋਚ ਦੇ ਨਾਲ ਕਿ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਕਿਤੇ ਐ ਨਾ ਹੋਵੇ ਕਿ ਸਾਹਮਣੇ ਵਾਲੇ ਨੂੰ ਪਾਣੀ ਦੇ ਕੇ ਸਰਦਾ ਹੋਵੇ ਤੇ ਤੁਸੀਂ ਉਹਨੂੰ ਦੁੱਧ ਜ਼ਬਰ ਦੀ ਪਿਲਾਓ ਕਿਉਂਕਿ ਦੁੱਧ ਤੇਰੀ ਸਿਹਤ ਲਈ ਠੀਕ ਹੈ।
ਪਰ ਇਹਦੇ ਵਿੱਚ ਇਹ ਵੀ ਨਹੀਂ ਹੈ ਕਿ ਪਾਣੀ ਇੰਨਾ ਦੇ ਦਿਓ ਕਿ ਡੁੱਬ ਕੇ ਮਰ ਜਾਵੇ। ਪਾਣੀ ਦਿੰਦੇ ਹੋਏ ਉਸ ਨੂੰ ਦੁੱਧ ਦੀ ਇੰਪੋਰਟੈਂਸ ਮਹਿਸੂਸ ਕਰਾਉਣੀ ਜਿਹੜੀ ਆ ਉਹ ਤੁਹਾਡਾ ਗੁਣ ਸਾਬਤ ਹੋ ਜਾਂਦਾ ਹੈ। ਯਾਦ ਰੱਖੋ ਸਾਡੇ ਸਮਾਜ ਦੇ ਵਿੱਚ ਬੇਅੰਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਰਿਸੋਰਸਿਸ ਹਨ। ਜਿਸ ਤਰ੍ਹਾਂ ਕੋਈ ਬੰਦਾ ਬਿਮਾਰ ਹੋ ਗਿਆ ਤਾਂ ਡਾਕਟਰ ਹੈਗਾ, ਹਸਪਤਾਲ ਹੈਗਾ। ਨਸ਼ੇ ਦੀ ਲੱਤ ਲੱਗਣੀ ਵੀ ਇੱਕ ਬਿਮਾਰੀ ਵਰਗਾ ਹੀ ਕੰਮ ਹੈ, ਪਰ ਇਸ ਬਿਮਾਰੀ ਦਾ ਸਮਾਧਾਨ ਅਸੀਂ ਕਿਸ ਪ੍ਰਕਾਰ ਕਰਦੇ ਹਾਂ ਉਹ ਸਾਡੇ ਉੱਤੇ ਡਿਪੈਂਡ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਸਾਨੂੰ ਇਹਦੇ ਵਿੱਚ ਸੁਧਾਰ ਕਿਵੇਂ ਅਸੀਂ ਹੋਰ ਲਿਆ ਸਕਦੇ ਹਾਂ, ਔਰ ਸਾਡੇ ਆਪਣੇ ਵਿੱਚ ਸਹਿਜ ਕੀ ਹੈ। ਯਾਦ ਰਹੇ, ਚਾਹੇ ਹਾਲਾਤ ਖਰਾਬ ਹੋਣ ਔਰ ਚਾਹੇ ਨਸ਼ੇ ਵਾਲੀ ਆਲਮ ਦੇ ਵਿੱਚ ਹੋਵੇ, ਇੱਕ ਘਬਰਾਇਆ ਹੋਇਆ ਮਾਪਾ, ਇੱਕ ਦੁਖੀ ਹੋਇਆ ਨਿਰਾਸ਼ ਤੇ ਨਾਰਾਜ਼ ਹੋਇਆ ਜਿਹੜਾ ਮਾਪਾ ਹੈ, ਉਹ ਉਹਦੇ ਵਿੱਚ ਫਾਇਦੇਮੰਦ ਨਹੀਂ ਹੋ ਸਕਦਾ। ਇਹ ਗੱਲ ਪੱਕੀ ਹੈ, ਨਾ ਆਪਦੇ ਲਈ ਨਾ ਉਹ ਵਿਅਕਤੀ ਜਿਹੜਾ ਇਸ ਪ੍ਰਕਾਰ ਦੇ ਨਸ਼ੇ ਦੀ ਅਵਸਥਾ ਦੇ ਵਿੱਚ ਨਾ ਨਸ਼ੇ ਦਾ ਸ਼ਿਕਾਰ ਹੋ ਚੁੱਕਿਆ ਉਸ ਦੇ ਲਈ। ਚਾਹੇ ਤੁਹਾਡਾ ਬੱਚਾ ਹੋਵੇ, ਤੁਹਾਡਾ ਜੀਵਨ ਸਾਥੀ ਹੋਵੇ, ਤੁਹਾਡਾ ਪਿਆਰਾ ਹੋਵੇ, ਭੈਣ ਭਰਾ ਹੋਵੇ, ਤੁਹਾਡਾ ਯਾਰ ਮਿੱਤਰ ਹੋਵੇ, ਉਹਦਾ ਇੱਕ ਸਪੋਰਟ ਸਿਸਟਮ ਹੈ ਜਿਹੜਾ ਉਹ ਪੋਜ਼ਿਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤੇਰੀ ਦਫਾ ਮੈਂ ਦੇਖਿਆ ਆਸ਼ਾ ਨਾ ਕਿ ਲੋਕ ਨਸ਼ਾ ਇਸ ਕਰਕੇ ਕਰਦੇ ਆ ਕਿਉਂਕਿ ਦਿਲ ਦੀ ਗੱਲ ਨਹੀਂ ਕਰ ਪਾ ਰਹੇ। ਅਕਸਰ ਸਾਡੇ ਪੰਜਾਬੀਆਂ ਦੇ ਵਿੱਚ ਮੈਂ ਆਮ ਸੁਣਿਆ ਵੀ ਠੀਕ ਆ ਜੇ ਬੰਦਾ ਇੱਕ ਅੱਧਾ ਪੈਗ ਲਾ ਲੈਂਦਾ ਨਾ, ਜਾਣੀ ਸਖਾਲਾ ਜਿਹਾ ਹੋ ਜਾਂਦਾ, ਖੁੱਲ੍ਹ ਕੇ ਗੱਲ ਕਰ ਲੈਂਦਾ। ਇਹਦਾ ਮਤਲਬ ਗੱਲ ਜੋ ਮਹਿਸੂਸ ਕਰਦੇ ਨੇ ਉਹ ਦੱਸਣ ਦੇ ਵਿੱਚ ਮਸਲਾ ਹੈ ਜਿਹੜਾ ਉਹ ਸ਼ੁਰੂ ਤੋਂ ਹੈ, ਔਰ ਉਹ ਸਫੋਕੇਸ਼ਨ ਦਿੰਦਾ ਹੈ, ਉਹ ਆਪਣੇ ਆਪ ਦੇ ਵਿੱਚ ਘੁੱਟਣ ਮਹਿਸੂਸ ਕਰਾਉਂਦਾ ਹੈ। ਯਾਦ ਰਹੇ, ਇਨਸਾਨ ਦੀ ਸਭ ਤੋਂ ਮੁੱਢਲੀ ਲੋੜ ਹੈ, ਐਵੇਂ ਨਹੀਂ ਪੰਜਾਬੀ ਦੇ ਵਿੱਚ ਕਹਿੰਦੇ ਕਿ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ। ਕੱਲੇ ਦਾ ਭਾਵ ਇਹ ਨਹੀਂ ਹੈ ਕਿ ਤੁਹਾਡੇ ਨਾਲ ਤੁਸੀਂ ਹਰ ਵਕਤ ਨਾਲ ਰਹਿੰਦੇ ਹੋ, ਤਦ ਵੀ ਲੋਕ ਇਕੱਲੇ ਰਹਿੰਦੇ ਆ। ਆਪਸੀ ਜਿਹੜਾ ਸੰਵਾਦ ਹੈ ਉਹ ਆਸ਼ਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੁੰਦਾ। दीदी ओवरडोज करना, ड्रग अब्यूज़ करना एक एक्सक्यूज़ भी बन जाती है। जी, किसी भी एक्सक्यूज़ को ला कर रख दो, जो मैं इसलिए कर रहा हूँ, मैं इसलिए कर रही हूँ। ओवरडोज, ड्रग अब्यूज़, ये आपकी सेहत को कहाँ लेकर जाएगी, ये आपको सोचना ज़रूरी है। पेरेंट्स को अपने बच्चों को बताना चाहिए, बड़ों को, बुज़ुर्गों को अपने बच्चों को बताना चाहिए। दिस इज़ अ पैटर्न कि आप लोगों को एक दूसरे को समझाना चाहिए, बताना चाहिए जी, कि ये जो ड्रग अब्यूज़, सब्सटेंस अब्यूज़ है वो आपको नींद सही सोने नहीं देंगे। बहुत सारे आपके खाने पीने में, एपेटाइट में प्रॉब्लम्स आएंगे, आपको हार्ट प्रॉब्लम्स होगा। लॉन्ग टर्म एडिक्शन जो है वो आपको कैंसर, लंग डिजीज़, लिवर डिजीज़ और बहुत सारे प्रॉब्लम्स, मेंटल हेल्थ प्रॉब्लम्स दे सकते हैं। इट्स नॉट लेट। आप अभी भी अपने बच्चों को, अपने यूथ को, अपने भाई बहनों को, अपने फ्रेंड्स को, अपने नेबर्स को ज़रूर उनके साथ सही तरीके से बातचीत करके, उनके साथ उनके मिलजुल कर उनको इन इश्यूज़ से निकाल सकते हो। ट्राई करो, स्टॉप करो। किसी को भी ड्रग्स देना बहुत गलत बात है, नशे में रखना गलत बात है। ट्राई टू सपोर्ट देम, बी देयर सपोर्टर, ट्राई टू टेक देम ऑफ फ्रॉम ड्रग्स, एजुकेट देम, कम्युनिकेट विद देम। इसी के साथ मैं इजाज़त चाहूँगी। अंटिल नेक्स्ट टाइम, गुड बाय एंड बी सेफ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।